ਬਿਲਾਵਲ ਮਹਿਲਾ ਪੰਜਵਾ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਅਬ ਕੀਤਾ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਅਬ ਕੀਤਾ। ਅੰਦਲੇ ਤਿਰ ਪਵਨ ਸੁਜਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ। ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਰਹਾਉ ਐਸੀ ਭਗਤ ਗੋਬਿੰਦ ਕੀ, ਕੀਟ ਹਸਤੀ ਜੀਤਾ। ਜੋ ਜੋ ਕੀਨੋ ਆਪਨੋ, ਤਿਸ ਆਪਹਿ ਦਾਨ ਦੀਤਾ। ਸਿੰਘ ਭਲਾਈ ਹੋਇ ਗਇਓ, ਤ੍ਰਣ ਮੇਰ ਦੁਖੀਤਾ। ਸ਼ਰਮ ਕਰਤੇ ਦਮ ਅਬ ਅਡ ਕੋ, ਤੇ ਗਨੀਤ ਨੀਤਾ। ਕਬਨ ਬੜਾਈ ਕਹਿ ਸਕੂੰ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹਿ, ਨਾਨਕ ਦਰ ਸਰੀਤਾ। ਕਬਨ ਬੜਾਈ ਕਹਿ ਸਕੂੰ, ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇਹਿ, ਨਾਨਕ ਦਰ ਸਰੀਤਾ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਧੰਨਤਾ ਦੇ ਯੋਗ ਹੋ, ਵੱਡੇ ਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਹੋਈ ਆ, ਗੁਰਬਾਣੀ ਵਿਚਾਰ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਓ ਗੁਰਫਤਿਹ ਦੀ ਸਾਂਝ ਪਾਈਏ, ਵਿਚਾਰਾਂ ਦੀ ਆਰੰਭਤਾ ਕਰੀਏ। ਇੱਕੇ ਬਾਰ ਕਹਿਣ ਤੇ ਸਭ ਸੰਗਤਾਂ ਨੇ ਬੋਲਣਾ ਜੀ ਆਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਵੱਲੋਂ ਬਿਲਾਵਲ ਰਾਗ ਦੇ ਵਿੱਚ ਬੜੇ ਪਿਆਰ ਦੇ ਵਿੱਚ ਭਿੱਜ ਕੇ ਉਚਾਰਨ ਕੀਤਾ ਗਿਆ। ਇਸ ਪਾਵਨ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਵਿੱਚ, ਲਹਿਜੇ ਦੇ ਵਿੱਚ ਗੱਲ ਕੀਤੀ ਆ। ਕਿਹਨਾਂ ਵਾਸਤੇ? ਰੱਬ ਦੇ ਪਿਆਰਿਆਂ ਦੀ ਮਹਿਮਾ, ਰੱਬ ਦੀ ਮਹਿਮਾ, ਵਡਿਆਈ, ਉਸਤਤ ਇਹ ਮਨੁੱਖ ਕਰਿਆ ਕਰ। ਸਾਡਾ ਸਵਾਲ ਆ ਕਿਉਂ? ਕਿਉਂਕਿ ਉਹ ਪਰਮਾਤਮਾ ਪਰਮੇਸ਼ਰ ਦੀ ਵਡਿਆਈ ਕਰਨ ਦੇ ਨਾਲ ਕੁਝ ਹਿੰਟ ਦਿੱਤੇ ਆ। ਰੱਬ ਦੀ ਵਡਿਆਈ, ਸੋਭਾ, ਉਹਦਾ ਸ਼ੁਕਰ ਕਰਨ ਦੇ ਨਾਲ, ਉਹਦੇ ਨਾਲ ਮਿਲ ਕੇ ਚੱਲਣ ਦੇ ਨਾਲ ਸਾਡਾ ਸੁੱਕਾ ਹੋਇਆ ਜੀਵਨ ਹਰਿਆ ਭਰਿਆ ਹੋ ਜਾਂਦਾ। ਪਰਮੇਸ਼ਰ ਪਰਮਾਤਮਾ ਤੇ ਯਕੀਨ ਰੱਖਣ ਦੇ ਨਾਲ ਉਹ ਵਾਹਿਗੁਰੂ ਜੀ ਦੀ ਉਸਤਤ ਕਰਦਿਆਂ ਪਿੰਗਲੇ ਲੋਕ ਪਹਾੜਾਂ ਨੂੰ ਸਰ ਕਰ ਜਾਂਦੇ ਨੇ। ਉਹ ਰੱਬ ਦੀ ਵਡਿਆਈ ਵਿੱਚ ਜੁੜਿਆ ਖਲ ਮੂਰਖ ਮਨੁੱਖ
ਵਿਦਵਾਨ ਬਣ ਜਾਂਦਾ ਹੈ। ਇੱਦਾਂ ਪਾਤਸ਼ਾਹ ਨੇ ਸਾਨੂੰ ਬੜੇ ਪਿਆਰ ਦੇ ਵਿੱਚ ਭੇਜ ਕੇ ਸਮਝਾਇਆ। ਜੇ ਅਸੀਂ ਸਮਝ ਗਏ ਤਾਂ ਆਓ ਆਪਾਂ ਹੁਣ ਸ਼ਬਦ ਦੀ ਵਿਚਾਰ ਵੱਲ ਆਈਏ। ਜੋ ਇਸ ਪਾਵਨ ਸ਼ਬਦ ਦੀ ਰਹਾਉ ਦੀ ਤੁਕ ਹੈ, ਵੈਸੇ ਆਪਾਂ ਆਪਣੀ ਭਾਸ਼ਾ 'ਚ ਲੈਣ ਕਹਿ ਦਿੰਦੇ ਆਂਗੇ, ਪਰ ਗੁਰੂ ਪਾਤਸ਼ਾਹ ਨੇ ਜਿੱਥੇ ਸ਼ਬਦ ਦੇ ਵਿੱਚ ਇੱਦਾਂ ਦੇ ਸ਼ਬਦ ਵਰਤੇ ਆ ਨਾ, ਉਹਨਾਂ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਵੀ ਗੁਰੂ ਸਾਹਿਬ ਲੈਣ ਨਹੀਂ, ਗੁਰੂ ਸਾਹਿਬ ਤੁਕ ਕਹਿੰਦੇ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਇੱਕ ਤੁੱਕਾ, ਦੋ ਤੁੱਕੇ, ਤਿੰਨ ਤੁੱਕਾ, ਚੌਪਦੇ, ਇੱਦਾਂ ਆਪਾਂ ਪੜ੍ਹਦੇ ਹਾਂ ਚੌ ਤੁੱਕਾ। ਹੁਣ ਇੱਥੋਂ ਸਿੱਧ ਕੀ ਹੁੰਦਾ ਵੀ ਗੁਰੂ ਸਾਹਿਬ ਤੁਕ ਲਫ਼ਜ਼ ਦੀ ਵਰਤੋਂ ਕਰਦੇ ਨੇ, ਤੇ ਸਾਡੇ ਲਈ ਵੀ ਕੋਈ ਤੁਕ ਲਫ਼ਜ਼ ਦੀ ਵਰਤੋਂ ਕਰਨੀ ਅਤ ਕਥਨੀ ਨਹੀਂ ਹੈ। ਜੋ ਰਹਾਉ ਵਾਲੀ ਤੁਕ ਆ, ਉਹਦੇ ਵਿੱਚ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ, ਮੈਲ ਕੱਟੀ ਜਾਵੇਗੀ, ਕੋਟ ਅਗ ਹਰੇ, ਕੋਟ ਕਰੋੜ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅਗ ਹਰੇ, ਅਗ ਤੋਂ ਭਾਵ ਪਾਪ, ਹਰੇ ਤੋਂ ਭਾਵ ਕੱਟੇ ਜਾਣੇ ਨੇ। ਫਿਰ ਜੀਵਨ ਕੈਸਾ ਬਣ ਜਾਵੇਗਾ? ਨਿਰਮਲ ਭਏ ਚੀਤਾ, ਤੇਰਾ ਚਿੱਤ ਨਿਰਮਲ ਹੋ ਜਾਵੇਗਾ, ਯਾਨੀ ਕਿ ਸਾਡਾ ਚਿੱਤ, ਸਾਡਾ ਅੰਦਰ ਪਵਿੱਤਰ ਹੋ ਜਾਵੇਗਾ। ਰਹਾਉ। ਹੁਣ ਪਾਤਸ਼ਾਹ ਜੀ ਕਹਿੰਦੇ, ਹੇ ਮਨੁੱਖ, ਤੂੰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਵਡਿਆਈ ਕਰਿਆ ਕਰ, ਉਹਦੀ ਵਡਿਆਈ ਸੁਣਿਆ ਕਰ, ਰੱਬ ਦੇ ਪਿਆਰਿਆਂ ਦਾ ਜਸ ਸੁਣਿਆ ਕਰ। ਤੂੰ ਉਹ ਪਰਮਾਤਮਾ ਦੇ ਨਾਲ ਇੰਨਾ ਲੀਨ ਹੋਇਆ ਕਰ ਵੀ ਤੇਰਾ ਹਰ ਇੱਕ ਪਲ, ਘੜੀ, ਮੋਹਤ, ਚਸਾ, ਥੋੜੇ ਤੋਂ ਥੋੜਾ, ਨਿਮਕ, ਫੋਰ ਮਾਤਰਾ ਵੀ ਤੇਰਾ ਧਿਆਨ ਉਹਦੇ ਵਿੱਚ ਲੱਗਿਆ ਰਹੇ। ਕੰਮ ਭਾਵੇਂ ਜਿੱਥੇ ਮਰਜ਼ੀ ਕਰ, ਤੇ ਪਰ ਧਿਆਨ ਜਿਹੜਾ ਉਹ ਪਰਮੇਸ਼ਰ ਪਰਮਾਤਮਾ ਦੇ ਵਿੱਚ ਲੱਗਿਆ ਰਹੇ। ਮਹਿਮਾ ਸਾਧੂ ਸੰਗ ਕੀ ਸੁਣੋ, ਐ ਮੇਰੇ ਪਿਆਰਿਓ ਸੁਣੋ, ਸੁਣੋ ਮੇਰੇ ਮੀਤਾ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਉਸ ਦਾ ਮਨ ਪਵਿੱਤਰ ਹੋ ਜਾਂਦਾ। ਫਿਰ ਜਿਹੜਾ ਪਰਮੇਸ਼ਰ ਪਰਮਾਤਮਾ ਦੀ ਵਡਿਆਈ ਸੁਣਦਾ, ਮੈਲ ਖੋਈ, ਮੈਲ ਕੱਟੀ ਜਾਂਦੀ ਹੈ। ਅਗ ਹਰੇ, ਨਿਰਮਲ ਭੈ ਚੀਤਾ, ਉਹਦਾ ਮਨ, ਉਹਦਾ ਚਿੱਤ ਮੈਲ ਰਹਿਤ ਹੋ ਜਾਂਦਾ ਹੈ, ਤੇ ਕਰੋੜਾਂ ਪਾਪ ਨਾਸ ਕਰਵਾ ਲੈਂਦਾ ਹੈ। ਰਹਾਉ। ਹੁਣ ਇੱਥੋਂ ਸਾਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਵੀ ਹੈ, ਤੇ ਆ ਗਈ ਹੋਵੇਗੀ ਵੀ। ਕਿਹੜੀ? ਕਿ ਅਸੀਂ ਉਸ ਪਰਮਾਤਮਾ ਨੂੰ ਕਦੇ ਵੀ ਨਾ ਵਿਸਾਰੀਏ। ਬਸ ਕਿਉਂ ਨਾ ਵਿਸਾਰੀਏ? ਕਾਰਨ ਕੀ ਹੈ? ਮਤਲਬ ਕੀ ਹੈ? ਫਿਰ ਅੱਗੇ ਪਾਤਸ਼ਾਹ ਜੀ ਤੋਂ ਪੁੱਛਦੇ ਹਾਂ ਆਪਾਂ। ਪਿੰਗਲ ਪਰਬਤ ਪਾਰ ਪਰੇ, ਪਿੰਗਲ, ਪਿੰਗਲ ਤੋਂ ਭਾਵ ਤੁਸੀਂ ਸਮਝਦੇ ਹੋ ਲੰਗੜੇ ਲੂਲੇ, ਜਿਨ੍ਹਾਂ ਦੀਆਂ ਲੱਤਾਂ ਭਾਰ ਨਾ ਝੱਲਦੀਆਂ ਹੁਣ, ਕੰਮ ਨਾ ਕਰਦੀਆਂ ਹੁਣ। ਪਿੰਗਲ ਪਰਬਤ, ਪਹਾੜ, ਪਾਰ ਪਰੇ। ਪਿੰਗਲੇ ਲੋਕ ਵੀ ਕਹਿੰਦੇ ਪਹਾੜਾਂ ਨੂੰ ਸਰ ਕਰ ਜਾਂਦੇ ਨੇ। ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ। ਇਹਦੀ ਤੁਕ ਦੇ ਵਿੱਚ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਆ। ਕਹਿੰਦੇ ਪਿੰਗਲੇ ਲੋਕ ਵੀ ਭਾਈ ਦੁਨਿਆਵੀ ਤੌਰ ਤੇ ਪਹਾੜਾਂ ਨੂੰ ਸਰ ਕਰ ਜਾਂਦੇ ਨੇ। ਖਲ ਤੋਂ ਭਾਵ ਹੈ ਮੂਰਖ, ਮੂਰਖ ਬੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਬੁੱਧੀ ਦੀ ਵਰਤੋਂ ਨਹੀਂ ਕੀਤੀ, ਸਦ ਵਰਤੋਂ ਨਹੀਂ ਕੀਤੀ। ਤੇ ਉਹ ਲੋਕ ਕੌਣ ਹੁੰਦੇ ਨੇ? ਮੂਰਖ, ਜਿਨ੍ਹਾਂ ਨੇ ਆਪਣੇ ਆਪ ਨੂੰ ਸਦਾਚਾਰੀ, ਸਚਿਆਰੇ, ਜਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਮੂਰਖ। ਪਿੰਗਲ ਪਰਬਤ ਪਾਰ ਪਰੇ, ਖਲ ਚਤਰਬ ਕੀਤਾ। ਪਾਤਸ਼ਾਹ ਜੀ ਕਹਿੰਦੇ ਫਿਰ ਇਹ ਦੁਨਿਆਵੀ ਤੌਰ ਤੇ ਤਾਂ ਉਦਾਹਰਨ ਇਹੀ ਆ ਵੀ ਉਹ ਪਰਮਾਤਮਾ ਦੀ ਮਿਹਰ ਹੋ ਜਾਵੇ
ਤੇ ਪਰਮਾਤਮਾ ਲੱਤਾਂ ਤੋਂ ਹੀਣੇ ਲੋਕਾਂ ਨੂੰ ਵੀ ਪਹਾੜਾਂ ਦੀਆਂ ਚੋਟੀਆਂ ਤੇ ਚੜ੍ਹਾ ਦਿੰਦਾ ਹੈ। ਦੁਨਿਆਵੀ ਅਰਥ ਤਾਂ ਇਹੀ ਬਣ ਗਏ, ਸਾਡੇ ਧਿਆਨ 'ਚ ਵੀ ਇਹੀ ਗੱਲ ਬਣੇਗੀ। ਉਹ ਪਰਮਾਤਮਾ ਦੀ ਬਖਸ਼ਿਸ਼ ਹੋ ਜਾਵੇ ਤਾਂ ਮੂਰਖ ਲੋਕਾਂ ਨੂੰ ਵੀ ਉਹ ਵਿਦਵਾਨ ਬਣਾ ਦਿੰਦਾ। ਤੇ ਦੂਜਾ ਪਰਤਰਾ ਜਦੋਂ ਆਪਾਂ ਫਰੋਲਾਂਗੇ ਨਾ, ਮਤਲਬ ਜਦੋਂ ਦੂਜਾ ਪਾਸਾ ਵੇਖਾਂਗੇ ਤਾਂ ਉਦੋਂ ਇਹਦੇ ਅਰਥ ਨੇ ਜਿਹੜੇ ਉਹ ਅਲੱਗ ਹੋ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਭਾਵ ਅਰਥ। ਗੱਲ ਸਮਝਣੀ ਹੁੰਦੀ ਹੈ ਨਾ। ਜੇ ਹੁਣ ਕਿਤੇ ਗੱਲ ਰੁੱਖ ਦੀ ਕੀਤੀ ਆ, ਉਹ ਰੁੱਖ ਤੋਂ ਤਾਂ ਐਗਜ਼ਾਮਪਲ ਲੈਤੀ ਆ, ਉਦਾਹਰਨ ਲੈਤੀ ਆ। ਇੱਥੇ ਲੰਗੜੇ ਤੋਂ, ਲੂਲੇ ਤੋਂ, ਮੂਰਖ ਤੋਂ ਉਦਾਹਰਨ ਲੈਤੀ ਹੈ। ਇੱਕ ਸਮਝਣ ਵਾਸਤੇ ਗੱਲ ਸਾਨੂੰ ਸਮਝਾਈ ਆ। ਕਿਹੜੀ? ਕਹਿੰਦੇ ਗੁਰੂ ਨੂੰ ਮਿਲ ਕੇ, ਭਾਵ ਪਰਮੇਸ਼ਰ ਪਰਮਾਤਮਾ ਦਾਤਾ ਜੀ ਨੂੰ ਮਿਲ ਕੇ। ਤੇ ਸਾਡਾ ਗੁਰੂ ਕੌਣ ਹੈ? ਸ਼ਬਦ। ਜਾਂ ਇਉਂ ਕਹ ਲਓ, ਸ਼ਬਦ ਗੁਰੂ ਨੂੰ ਮਿਲ ਕੇ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਮਤਲਬ ਪਹਿਲਾਂ ਸੀ ਮਨੁੱਖ ਲੰਗੜਾ, ਮੰਨ ਲਓ ਮੈਂ ਵੀ ਲੰਗੜਾ, ਤੁਸੀਂ ਵੀ ਲੰਗੜੇ ਹੋ। ਇੱਥੇ ਸਰੀਰਕ ਲੰਗੜਪਣੇ ਦੀ ਗੱਲ ਨਹੀਂ ਹੈ ਵੀ ਸਾਡੀਆਂ ਦੁਨਿਆਵੀ ਤੌਰ ਤੇ ਲੱਤਾਂ ਮਰੀਆਂ। ਇੱਥੇ ਭਾਵ ਲੰਗੜੇਪਣ ਦੀ ਗੱਲ ਕਿਹੜੀ ਆ? ਇੱਥੇ ਗੱਲ ਆ ਵੀ ਅਸੀਂ ਅੰਦਰੋਂ ਲੰਗੜੇ ਹੋ ਚੁੱਕੇ ਹਾਂ। ਅਸੀਂ ਅੰਦਰੋਂ ਲੰਗੜੇ ਹੋ ਚੁੱਕੇ ਹਾਂ, ਅੰਦਰੋਂ ਅਸੀਂ ਲੱਤਾਂ ਤੋਂ ਹੀਣੇ ਹੋ ਚੁੱਕੇ ਹਾਂ। ਜਿਹਨੂੰ ਆਪਾਂ ਕਹਿ ਲਈਏ ਸਾਡੀ ਸੋਚ ਲੰਗੜੀ ਹੋ ਚੁੱਕੀ ਆ। ਹੁਣ ਪਹਾੜ ਕਿਹੜਾ ਗਾ? ਪਹਾੜ ਆ ਗੁਰੂ ਦਾ ਸ਼ਬਦ, ਪਹਾੜ ਆ ਸੱਚ। ਪਰਬਤ ਸੱਚ ਹੈ ਨਾ, ਤੇ ਸੱਚ ਦੇ ਚੋਟੀ ਦੇ ਉੱਪਰ ਜਾਣਾ। ਅਸੀਂ ਸੱਚ ਦੀ ਚੋਟੀ ਨੂੰ ਸਰ ਕਰਨਾ, ਸੱਚ ਤੇ ਪਹੁੰਚਣਾ ਨਾ ਆਪਾਂ। ਤੇ ਹੁਣ ਸਾਡਾ ਜੀਵਨ ਸੀ ਲੰਗੜਾ, ਅਸੀਂ ਸੀ ਅੰਦਰੋਂ ਲੰਗੜੇ। ਤੇ ਹੁਣ ਅੰਦਰ ਦਾ ਜਿਹੜਾ ਲੰਗੜਾ ਪਾਣਾਗਾ, ਗੁਰੂ ਦੀ ਬਖਸ਼ਿਸ਼ ਦੁਆਰਾ ਉਹ ਠੀਕ ਹੋ ਗਿਆ। ਅਸੀਂ ਅੰਦਰੋਂ ਨਾ ਸੈੱਟ ਹੋ ਗਏ। ਸਾਡੇ ਅੰਦਰ ਦੀ ਜਿਹੜੀ ਭਾਵਨਾ ਸੀ, ਸੋਚ ਸੀ, ਵਿਚਾਰ ਸੀ, ਉਹ ਲੰਗੜੇ ਸਨ। ਸਾਡੇ ਜੀਵਨ 'ਚ ਦੁਵਿਧਾ ਸੀ, ਵਿਸ਼ੇ ਵਿਕਾਰਾਂ ਵਾਲੀ ਭਾਵਨਾ ਸੀ, ਨਸ਼ਿਆਂ ਵਾਲੀ ਭਾਵਨਾ ਸੀ, ਚੋਰੀ ਠੱਗੀ ਦੀ ਭਾਵਨਾ ਸੀ। ਇਹ ਲੰਗੜਾ ਪਾਣਾ, ਅਧੂਰਾ ਪਾਣਾ। ਤੇ ਜਦੋਂ ਇਹ ਭਾਵਨਾਵਾਂ ਖਤਮ ਹੋ ਗਈਆਂ ਵਿਕਾਰਾਂ ਵਾਲੀਆਂ, ਹਨਾ, ਤੇ ਫਿਰ ਸਾਡੇ ਜੀਵਨ ਵਿੱਚ ਅਧੂਰਾਪਣ ਖਤਮ ਹੋ ਜਾਵੇਗਾ ਤੇ ਪੂਰਾਪਣ ਆ ਜਾਵੇਗਾ। ਸਾਨੂੰ ਫਿਰ ਆਪਣੇ ਆਪ ਨੂੰ ਮਹਿਸੂਸ ਇਦਾਂ ਨਹੀਂ ਹੋਵੇਗਾ ਵੀ ਮੈਂ ਇਹ ਕਰ ਨਹੀਂ ਸਕਦਾ। ਉਦਾਹਰਨ ਲਵੋ, ਮੰਨ ਲਵੋ ਵੀ ਜਿਹੜਾ ਕੰਮ ਸਾਡੇ ਤੋਂ ਨਹੀਂ ਹੁੰਦਾ, ਮੰਨ ਲਓ ਵੀ ਆਪਣੇ ਦਿਮਾਗ ਦੇ ਵਿੱਚ ਇੱਥੇ ਬੈਠਿਆਂ ਦੇ ਇੱਕ ਖਿਆਲ ਬਣੂਗਾ ਵੀ ਆਪਾਂ ਗੱਲ ਕਰੀਏ ਭਾਈ ਬਾਣੀ ਪੜ੍ਹੋ, ਤੇ ਤਕਰੀਬਨ ਬਹੁ ਗਿਣਤੀ ਉਹਨਾਂ ਦੀ ਹੋਵੇਗੀ ਜਿਹੜੇ ਕਹਿਣਗੇ ਨਹੀਂ ਅਸੀਂ ਨਹੀਂ ਪੜ੍ਹ ਸਕਦੇ। ਜਦੋਂ ਸਾਡੇ ਦਿਮਾਗ ਦੇ ਵਿੱਚੋਂ ਇਹ ਗੱਲ ਆ ਗਈ ਨਾ ਵੀ ਅਸੀਂ ਨਹੀਂ ਪੜ੍ਹ ਸਕਦੇ, ਤਾਂ ਉਦੋਂ ਮੰਨ ਲਓ ਵੀ ਸਾਡਾ ਜੀਵਨ ਲੰਗੜਾ। ਤੇ ਹੁਣ ਆਪਾਂ ਇੱਕ ਬੰਦੇ ਨੂੰ ਜਿਹੜਾ ਵਿਚਾਰਾ ਪਿੰਗਲ ਆ ਨਾ, ਲੱਤਾਂ ਤੋਂ ਹੀਣਾਗਾ, ਲੱਤਾਂ ਭਾਰ ਨਹੀਂ ਝੱਲਦੀਆਂ, ਤੇ ਉਹਨੂੰ ਕਹੀਏ ਵੀ ਭਾਈ ਫਟਾਫਟ ਨੂੰ ਕੋਠੇ ਤੇ ਚੜ੍ਹ ਜਾ, ਫਟਾਫਟ। ਉਹ ਕੀ ਕਹੇਗਾ? ਉਹ ਕਹੇਗਾ ਵੀ ਮੇਰੇ ਲੱਤਾਂ ਹੈ ਹੀ ਨਹੀਂ, ਲੱਤਾਂ ਮੇਰੀਆਂ ਭਾਰ ਨਹੀਂ ਝੱਲਦੀਆਂ, ਲੱਤਾਂ ਮੇਰੀਆਂ ਮਰੀਆਂ ਹੋਈਆਂ ਨੇ, ਮੈਂ ਕੋਠੇ ਤੇ ਭਲਾ ਕਿਵੇਂ ਚੜ੍ਹ ਜੂ? ਨਾ ਭਾਈ, ਮੈਂ ਨਹੀਂ ਕੋਠੇ ਤੇ ਚੜ੍ਹ ਸਕਦਾ। ਜੇ ਇੱਕ ਲੰਗੜਾ ਪੁਰਖ, ਲੱਤਾਂ ਤੋਂ ਹੀਣਾ ਪੁਰਖ ਕਿਸੇ ਕੋਠੇ ਤੇ ਚੜ੍ਹਨ ਤੋਂ, ਪਹਾੜ ਤੇ ਚੜ੍ਹਨ ਤੋਂ ਜਵਾਬ ਦੇ ਰਿਹਾ ਗਾ, ਉਹਦੇ ਜਵਾਬ ਦੇਣ ਦਾ ਮਤਲਬ, ਉਹਦੇ ਜਵਾਬ ਦੇਣ ਦਾ ਕਾਰਨ ਇਹ ਆ ਵੀ ਉਹ ਆ ਵਿਚਾਰਾ ਲੱਤਾਂ ਤੋਂ ਹੀਣਾ, ਤਾਂ ਨਹੀਂ ਚੜ੍ਹ ਸਕਦਾ। ਤੇ ਹੁਣ ਦੂਜਾ ਬੰਨਾ ਕੀ ਸੀ? ਆਪਾਂ ਸੌਖਾ ਇਸ ਉਦਾਹਰਨ ਨੂੰ ਬਣਾ ਕੇ ਨਾ ਆਪਾਂ ਆਪਣੇ ਜੀਵਨ 'ਚ ਲੈ ਕੇ ਆਉਣਾ। ਦੂਜਾ ਪੱਖ ਕੀ ਸੀ? ਵੀ ਦੂਜਾ ਪੱਖ ਸੀ ਅਸੀਂ ਖੁਦ ਸੱਚ ਰੂਪੀ, ਗਿਆਨ ਰੂਪੀ ਪਹਾੜ ਤੇ ਚੜ੍ਹਨਾ ਨਹੀਂ ਚਾਹੁੰਦੇ। ਆਪਣੀ ਸੁਰਤ ਨੂੰ ਨਾ ਗਗਨ ਆਕਾਸ਼ ਦੇ ਵਿੱਚ ਲਿਜਾਣਾ ਨਹੀਂ ਚਾਹੁੰਦੇ। ਜਦੋਂ ਸੁਰਤ ਨੂੰ ਆਕਾਸ਼ ਦੇ ਵਿੱਚ ਲਿਜਾਣ ਦੀ ਗੱਲ ਆਈ ਹੈ ਨਾ, ਜਦੋਂ ਸੁਰਤ ਨੂੰ ਸੱਚ ਨਾਲ
ਮੇਲਣ ਦੀ ਗੱਲ ਆਈ ਹੈ ਨਾ, ਜਦੋਂ ਸੁਰਤ ਨੂੰ ਸੱਚ ਤੇ ਖੜਾਉਣ ਦੀ ਗੱਲ ਆਈ ਹੈ ਨਾ, ਤੇ ਉਦੋਂ ਗੁਰੂ ਨੇ ਪੁੱਛ ਲਿਆ ਭਾਈ ਆ ਜਾ ਭੱਜਿਆ, ਤੇ ਅਸੀਂ ਕਹਤਾ ਨਾ ਜੀ ਸਾਥੋਂ ਨਹੀਂ ਇਹ ਕੰਮ ਹੁੰਦਾ, ਨਾ 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 ਅਸੀਂ ਨਹੀਂ ਕਰ ਸਕਦੇ। ਇੱਕ ਲੰਗੜਾ ਕੋਠੇ ਤੇ ਚੜ੍ਹਨ ਤੋਂ ਜਵਾਬ ਦੇ ਰਿਹਾ, ਸੱਚ ਤੇ ਚੜ੍ਹਨ ਤੋਂ ਅਸੀਂ ਜਵਾਬ ਦੇ ਰਹੇ ਹਾਂ। ਇਹਦਾ ਮਤਲਬ ਸਾਡੀ ਦੋਵਾਂ ਧਿਰਾਂ ਦੀ ਕੰਡੀਸ਼ਨ ਆ ਜਿਹੜੀ ਇੱਕੋ ਜਿਹੀ ਬਣ ਗਈ। ਉਸ ਲੰਗੜੇ ਵਿੱਚ, ਲੂਲੇ ਵਿੱਚ, ਪਿੰਗਲੇ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਹੈ ਹੀ ਨਹੀਂਗਾ। ਹੁਣ ਪਾਤਸ਼ਾਹ ਨੇ ਸਮਝਾਇਆ ਕੀ ਹੈ ਵੀ ਜਦੋਂ ਸਾਡੀ ਸੁਰਤ ਮੰਨ ਗਈ ਨਾ ਵੀ ਅਸੀਂ ਬਾਣੀ ਪੜ੍ਹ ਸਕਦੇ ਹਾਂ, ਅਸੀਂ ਬਾਣੀ ਵਿਚਾਰ ਸਕਦੇ ਹਾਂ, ਅਸੀਂ ਸੱਚ ਤੇ ਪਹਿਰਾ ਦੇ ਸਕਦੇ ਹਾਂ, ਅਸੀਂ ਇਮਾਨਦਾਰੀ ਨਾਲ ਜ਼ਿੰਦਗੀ ਜਿਉ ਸਕਦੇ ਹਾਂ, ਸਾਡੀ ਜ਼ਿੰਦਗੀ ਚੋਂ ਠੱਗੀ ਧੋਖਾ ਖਤਮ ਨਿਕਲ ਗਈ, ਤਾਂ ਫਿਰ ਇਹ ਠੱਗੀ ਧੋਖਾ ਚੋਰੀ ਨਸ਼ੇ ਵਿਸ਼ੇ ਕੀ ਸਨ? ਇਹ ਸੀ ਲੰਗੜੀ ਅਵਸਥਾ। ਤੇ ਲੰਗੜੀ ਅਵਸਥਾ ਟੁੱਟ ਗਈ, ਖਤਮ ਹੋ ਗਈ, ਤੇ ਅਸੀਂ ਹੋ ਗਏ ਹੁਣ ਦੋਨੇ ਲੱਤਾਂ ਤੋਂ ਭਾਵ ਚੜ੍ਹਦੀ ਕਲਾ ਵਾਲੇ, ਤੇ ਅਸੀਂ ਗੁਰੂ ਨਾਲ ਜੁੜ ਗਏ ਭਾਈ। ਤਾਈਓ ਫਿਰ ਗੁਰੂ ਸਾਹਿਬ ਨੇ ਕਿਹਾਗਾ, ਉਦਾਹਰਨ ਬਾਹਰੀ ਤੌਰ ਤੇ ਦਿੱਤੀ ਹੈ, ਸਮਝਾਇਆ ਸਾਨੂੰ ਅੰਦਰੂਨੀ ਲੈਵਲ ਤੇ ਆ। ਪਿੰਗਲ ਪਰਬਤ ਪਾਰ ਪਰੇ, ਤੇ ਅੱਗੇ ਕੀ ਕਿਹਾ? ਖਲ ਚਤਰ ਬਕੀਤਾ। ਬਕੀਤਾ ਤੋਂ ਭਾਵ ਹੁੰਦਾ ਜਾਣਨਾ। ਤੇ ਜਿਹੜੇ ਮੂਰਖ ਲੋਕ ਆ ਗਏ ਤਕਰੀਬਨ ਉਹਨਾਂ ਨੂੰ ਦੁਨੀਆ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਮੂਰਖ ਲੋਕ। ਦੂਜੀ ਉਦਾਹਰਨ ਹੈ, ਆਪਾਂ ਆਪਣੇ ਨਗਰ 'ਚ, ਆਪਣੇ ਪਿੰਡ 'ਚ, ਆਪਣੇ ਮੁਹੱਲੇ ਵਿੱਚ, ਗਲੀ ਦੇ ਵਿੱਚ ਦੇਖ ਸਕਦੇ ਹਾਂ ਵੀ ਜਿਹੜਾ ਮਨੁੱਖ ਮੂਰਖ ਆ, ਜਿਹੜਾ ਮਨੁੱਖ ਨਾ ਮੂਰਖ ਹੈਗਾ, ਵਿਚਾਰੇ ਨੂੰ ਕੋਈ ਸੁੱਧ ਬੁੱਧ ਨਹੀਂ, ਨਹਾਉਣ ਧੋਣ ਦੀ, ਖਾਣ ਪੀਣ ਦੀ ਕੋਈ ਅਕਲ ਨਹੀਂ ਹੈ। ਇੱਦਾਂ ਦਾ ਨਕਸ਼ਾ ਬਣਾ ਕੇ ਵੇਖਿਆ ਕਿ ਉਹਨੂੰ ਕੋਈ ਅਕਲ ਨਹੀਂ, ਕੋਈ ਕਿਸੇ ਤਰ੍ਹਾਂ ਦੀ ਉਹਨੂੰ ਜ਼ਿੰਦਗੀ ਜਿਉਣ ਦੀ ਸਿਆਣਪ ਵਾਲੀ ਮਾਤਾ ਜਿਹੜੀ ਉਹਦੀ ਖਤਮ ਆ ਗਈ, ਅਕਲ ਨਹੀਂ ਹੈ। ਤਕਰੀਬਨ ਅਸੀਂ ਸਾਰੇ ਉਹਦਾ ਨਾਂ ਕੀ ਕਹਿੰਦੇ ਵੀ ਮੂਰਖਾ, ਪਾਗਲ ਆ, ਅਸੀਂ ਕਹਿੰਦੇ ਨੇ ਵੀ ਸਾਰੀ ਆਪਾਂ ਕਹਿੰਦੇ ਵੀ ਮੂਰਖਾ ਪਾਗਲ ਆ ਭਾਈ। ਤਾਂ ਦੂਸਰਾ ਪੱਖ ਆ ਜਾਓ, ਚਲੋ ਉਹ ਤਾਂ ਜਿਹੜਾ ਜਿਹਨੂੰ ਅਸੀਂ ਕਹਿੰਦੇ ਨਾ ਮੂਰਖ ਪਾਗਲ ਆ, ਉਹ ਤਾਂ ਕੁਦਰਤੀ ਤੌਰ ਤੇ ਚਲੋ ਦਿਮਾਗੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਆ ਗਈ, ਪ੍ਰੋਬਲਮ ਆ ਗਈ ਹੈ ਨਾ, ਉਹ ਤਾਂ ਇਸ ਤਰ੍ਹਾਂ ਬਣ ਗਿਆ, ਇਸ ਤਰ੍ਹਾਂ ਦੀ ਹਾਲਾਤ ਉਹਦੇ ਬਣ ਗਏ, ਨਹਾਉਣ ਧੋਣ ਦੀ ਕੋਈ ਅਕਲ ਨਹੀਂ, ਕੋਈ ਉਹ ਦੋਸ਼ੀ ਨਹੀਂ, ਕੋਈ ਉਹ ਕਿਸੇ ਤਰ੍ਹਾਂ ਦਾ ਸਿਆਣਾ ਨਹੀਂ ਹੈ। ਸਾਡੀ ਮੱਤ ਮੁਤਾਬਕ ਅਸੀਂ ਉਹਨੂੰ ਮੂਰਖਾਂ ਦਾ ਦਰਜਾ ਦੇ ਦਿੱਤਾ। ਹੁਣ ਮੰਨ ਲਓ ਸਾਡੇ ਤੇ ਆ ਜਾਓ, ਹਾਲਾਂਕਿ ਉਹ ਮੂਰਖ ਬੰਦਾ ਸਾਡੇ ਨਾਲੋਂ ਸਿਆਣਾ, ਹਾਲਾਂਕਿ ਆਪਾਂ ਆਪਣੇ ਲੈਵਲ ਤੇ ਨਾ ਇਹ ਗੱਲ ਕਹਿ ਸਕਦੇ ਆ। ਕਿਉਂ ਕਵਾਂਗੇ? ਇਸ ਕਰਕੇ ਕਵਾਂਗੇ ਕਿਉਂਕਿ ਉਹ ਮੂਰਖ ਵਿਅਕਤੀ ਹੈ ਨਾ ਜਿਹੜਾ, ਉਹਨੂੰ ਪਤਾ ਵੀ ਕੇਵਲ ਮੈਨੂੰ ਰੋਟੀ ਮਿਲੀ ਜਾਵੇ ਇੰਨੀ ਬਹੁਤ ਆ, ਤੇ ਮੈਂ ਹੋਰ ਕੁਝ ਵੀ ਨਸ਼ਾ ਵਿਸ਼ਾ ਨਹੀਂ ਕਰਨਾ, ਨਾ ਵਿਕਾਰੀ ਭਾਵਨਾ ਜ਼ਿੰਦਗੀ ਜਿਉਣੀ ਆ। ਉਹਦੀ ਜ਼ਿੰਦਗੀ 'ਚ ਵਿਕਾਰੀ ਭਾਵਨਾ ਵੀ ਨਹੀਂ, ਉਹਦੀ ਜ਼ਿੰਦਗੀ 'ਚ ਨਸ਼ੇ ਵੀ ਨਹੀਂ ਹਨ। ਪਰ ਅਸੀਂ ਕੀ ਆ? ਅਸੀਂ ਉਦੋਂ ਵੱਡੇ ਮੂਰਖ ਬਣ ਗਏ। ਕਿਉਂ ਬਣ ਗਏ? ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਵਿਕਾਰ ਵੀ ਆ ਗਏ, ਤੇ ਸਾਡੀ ਜ਼ਿੰਦਗੀ 'ਚ ਨਸ਼ਾ ਵੀ ਆ ਗਿਆ। ਸਾਡੇ ਨਾਲੋਂ ਤਾਂ ਉਹ ਵਧ ਗਈ ਆ। ਪਰ ਗੱਲ ਕੀ ਸੀ ਵੀ ਜਿਹੜੇ ਮਨੁੱਖ ਜ਼ਿੰਦਗੀ ਜਿਉਣ ਦਾ ਚੱਜ ਗੁਰੂ ਤੋਂ ਪ੍ਰਾਪਤ ਨਹੀਂ ਕਰਦੇ, ਤਾਂ ਉਹਨਾਂ ਨੂੰ ਗੁਰੂ ਵਾਲੇ ਪਾਸੇ, ਸੱਚ ਵਾਲੇ ਪਾਸੇ, ਵਿਚਾਰ ਵਾਲੇ ਪਾਸੇ, ਜ਼ਿੰਦਗੀ ਸੋਹਣੀ ਬਣਾਉਣ ਵਾਲੇ ਪਾਸੇ ਆ ਜਾਣਾ ਚਾਹੀਦਾ ਗਾ। ਤੇ ਫਿਰ ਉਹ ਕੀ ਬਣ ਜਾਣਗੇ? ਉਹ ਬਣ ਜਾਣਗੇ ਗੁਰੂ ਦੀ ਨਿਗਾਹ ਦੇ ਵਿੱਚ ਸਿਆਣੇ। ਖਲ ਚਤਰ ਬਕੀਤਾ। ਖਲ ਮੂਰਖ, ਮੂਰਖਾਂ ਤੋਂ ਚਤਰ ਬਣ ਜਾਣਗੇ, ਸਿਆਣੇ ਬਣ ਜਾਣਗੇ। ਉਹਨਾਂ ਦੇ ਜੀਵਨ 'ਚ ਗੁਰੂ ਨੇ ਨਾ ਸਿਆਣਪ ਪੈਦਾ ਕਰ ਦੇਣੀ ਆ। ਇਹ ਗੁਰੂ ਦਾ ਸੁਭਾਅ ਆ। ਦੋ ਉਦਾਹਰਨ ਆਪਾਂ ਨੂੰ ਪਾਤਸ਼ਾਹ ਨੇ ਦੇ ਦਿੱਤੀਆਂ। ਫਿਰ ਅਗਲੀ ਉਦਾਹਰਨ ਕੀ ਆ? ਅੰਧਲੇ ਤਿਰ ਭਾਵਨ ਸੂਝਿਆ, ਗੁਰ ਭੇਟ ਪੁਨੀਤਾ। ਕਹਿੰਦੇ ਅੰਨੇ ਨੂੰ ਪੁੱਛ ਗਏ ਵੀ ਭਾਈ ਤੈਨੂੰ ਕਿੰਨੀ ਕੁ ਦੁਨੀਆ ਦੀ ਅਕਲ ਆ, ਇੱਧਰ ਉੱਧਰ ਆਪਣੇ ਆਸੇ ਪਾਸੇ ਜਿੰਨੇ ਵੀ ਪਿੰਡ ਨੇ, ਜਿੰਨੇ ਸ਼ਹਿਰ ਨੇ, ਉਹਨਾਂ ਬਾਰੇ ਤੂੰ ਜਾਣਕਾਰੀ ਦੇ ਸਕਦਾ? ਉਹ ਕਹਿੰਦਾ ਨਾ, ਮੈਨੂੰ ਨਹੀਂ ਪਤਾ। ਕਿ ਸੱਚ ਆ, ਇਹ ਅੰਨੇ ਦੇ ਹਾਲਾਤ ਨੇ। ਜਿਹੜੇ ਮਨੁੱਖ ਨੂੰ ਅੱਖਾਂ ਦਿੰਦਾ ਨਹੀਂ ਨਾ, ਉਹਦੀ ਜੀਵਨ ਦੀ ਯਾਤਰਾ ਜਿਹੜੀ ਹੈ ਇਦਾਂ ਦੀ ਹੋਈ ਆ। ਉਹ ਕਹਿੰਦਾ ਮੈਨੂੰ ਕੁਛ ਨਹੀਂ ਪਤਾ, ਮੈਂ ਆਪਣੀ ਟੋਹਣੀ ਨਾਲ, ਖੁੰਡੀ ਨਾਲ, ਜਾਂ ਕਿਸੇ ਸਹਾਰੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦਾ। ਮੈਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ। ਕਿਹੋ ਜਿਹਾ ਮਰਜ਼ੀ ਕੱਪੜਾ ਲੈ ਕੇ ਦੇ ਦਿਓ, ਜਿਹੋ ਜਿਹਾ ਮਰਜ਼ੀ ਖਾਣਾ ਦੇ ਦਿਓ, ਜਿਹੋ ਜਿਹੇ ਮਰਜ਼ੀ ਰਸਤੇ ਉੱਤੋਂ ਦੀ ਲੈ ਜਾਓ, ਜਿੱਧਰ ਮਰਜ਼ੀ ਲੈ ਜਾਓ। ਮੈਂ ਨੇਤਰਾਂ ਤੋਂ ਹੀਣਾ ਹੋਣ ਕਰਕੇ ਕੋਈ ਬਹੁਤੀ ਨੌਲੇਜ ਨਹੀਂ ਰੱਖਦਾ। ਇਹ ਤਾਂ ਅੰਨੇ ਦਾ ਭਾਵ ਮੱਤ ਆ ਗਿਆ ਨਾ, ਸੁਭਾਅ ਆ ਗਿਆ। ਚਲੋ ਹੁਣ ਅਸੀਂ ਵੀ ਖੁਦ ਅੰਨੇ ਆ।
ਹੁਣ ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਨਾ, ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੀਂ, ਜਿਨ੍ਹਾਂ ਦੇ ਮੁਖ ਤੇ ਅੱਖਾਂ ਨਹੀਂ ਨਾ ਹਨ ਉਹਨਾਂ ਨੂੰ ਅੰਨੇ ਨਾ ਕਹੋ। ਅੰਨੇ ਕੌਣ ਆ? ਜੋ ਖਸਮੇ ਕੁੱਥੇ ਜਾਹੇ, ਜਿਹੜੇ ਮਾਲਕ ਪਰਮੇਸ਼ਰ ਨਾਲੋਂ ਟੁੱਟ ਗਏ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਦਰਅਸਲ ਅਸੀਂ ਅੰਨੇ ਆ। ਇੱਥੇ ਦੁਨਿਆਵੀ ਤੌਰ ਤੇ ਅੰਨੇ ਦੀ ਗੱਲ ਨਹੀਂ ਹੈ, ਉਹ ਤਾਂ ਜਿਹੋ ਜਿਹਾ ਉਹਨੂੰ ਡੰਡ ਲੱਗਿਆ, ਜਿਹੋ ਜੀ ਉਹਦੀ ਭਾਵ ਪਰਮਾਤਮਾ ਨੇ ਨਮੂਨਾ ਬਣਾ ਦਿੱਤਾ, ਆਪਣੀ ਜ਼ਿੰਦਗੀ ਉਹ ਭੋਗ ਰਿਹਾ ਹੈਗਾ। ਪਰ ਦਰਅਸਲ ਅਸੀਂ ਅੰਨੇ ਆ। ਕਿਸ ਚੀਜ਼ ਤੋਂ? ਅਸੀਂ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਦੁਨੀਆ ਦੇ ਵਿੱਚ ਜਿਉਣ ਦਾ ਢੰਗ ਨਹੀਂ ਪ੍ਰਾਪਤ ਕੀਤਾ। ਪਰ ਜਿਸ ਦਿਨ ਗੁਰੂ ਕੋਲੇ ਆ ਗਏ, ਉਹ ਪੰਗਤੀ ਫਿਰ ਧਿਆਨ ਚ ਲਿਆਓ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਜਿਸ ਦਿਨ ਗੁਰੂ ਕੋਲੇ ਆ ਕੇ ਰੱਬ ਦੀ ਮਹਿਮਾ ਸੁਣਨੀ ਸ਼ੁਰੂ ਕਰ ਦਿੱਤੀ, ਫਿਰ ਪਾਤਸ਼ਾਹ ਜੀ ਕਹਿੰਦੇ ਸਾਡੇ ਜੀਵਨ ਚੋਂ ਅੰਨਾਪਣ ਖਤਮ ਹੋ ਜਾਊਗਾ। ਸਾਡੇ ਜੀਵਨ ਚੋਂ ਨਾ ਫਿਰ ਅੰਨਾਪਣ ਖਤਮ ਹੋ ਜਾਵੇਗਾ। ਅੰਦਲੇ ਤਿਰ ਭਵਨ ਸੂਝਿਆ, ਫਿਰ ਸਾਡੀ ਅਵਸਥਾ ਕਿਹੋ ਜੀ ਬਣ ਜਾਏਗੀ? ਅਸੀਂ ਤਿੰਨੇ ਭਵਨਾਂ ਦੀ ਜਾਣਕਾਰੀ ਰੱਖਣ ਲੱਗ ਜਾਵਾਂਗੇ। ਹੁਣ ਤਾਂ ਦੂਜੇ ਪਿੰਡ ਦੀ ਜਾਣਕਾਰੀ ਵੀ ਨਹੀਂ ਸੀ, ਦੂਜੇ ਪਿੰਡ ਦੀ ਤਾਂ ਛੱਡੋ ਗੁਆਂਢੀਆਂ ਦੀ ਜਾਣਕਾਰੀ ਨਹੀਂ ਸੀ, ਗੁਆਂਢੀਆਂ ਦੀ ਛੱਡੋ ਖੁਦ ਸਾਨੂੰ ਆਪਣੀ ਜਾਣਕਾਰੀ ਨਹੀਂ ਸੀ। ਪਰ ਹੁਣ ਕੀ ਹੋ ਗਿਆ? ਜਦੋਂ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ, ਫਿਰ ਸਾਨੂੰ ਤਿੰਨੇ ਭਵਨਾਂ ਦੀ ਅਕਲ ਆ ਗਈ, ਧਰਤੀ, ਪਾਤਾਲ, ਆਕਾਸ਼। ਜਦੋਂ ਗੁਰੂ ਦੀ ਮਹਿਮਾ ਵਿੱਚ, ਗੁਰੂ ਦੀ ਵਡਿਆਈ ਵਿੱਚ, ਗੁਰੂ ਦੀ ਚਰਚਾ ਵਿੱਚ ਆਪਾਂ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ। ਤੇ ਜਿੰਨਾ ਟਾਈਮ ਆਪਾਂ ਗੁਰੂ ਦੀ ਵਡਿਆਈ ਵਿੱਚ ਸ਼ਾਮਲ ਨਹੀਂ ਹੁੰਦੇ, ਉਨਾ ਟਾਈਮ ਅਸੀਂ ਆਪਣੇ ਆਪ ਨੂੰ ਸੰਜਾਖੇ ਨਹੀਂ ਕਹਿ ਸਕਦੇ। ਇਸ ਪੰਗਤੀ ਦੇ ਵਿੱਚ, ਇਸ ਤੁਕ ਦੇ ਵਿੱਚ ਗੁਰੂ ਸਾਹਿਬ ਨੇ 3 ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਉਦਾਹਰਨ ਲੰਗੜਾ ਪਹਾੜ ਤੇ ਚੜ੍ਹਨਾ, ਉਹ ਆਪਾਂ ਸੁਣ ਲਿਆ ਲੰਗੜਾ ਕੌਣ ਆ। ਦੂਜੀ ਉਦਾਹਰਨ ਮੂਰਖ ਤੇ ਮੂਰਖ ਵਿਦਵਾਨ ਬਣ ਜਾਣਾ, ਉਹ ਵੀ ਆਪਾਂ ਸੁਣ ਲਿਆ ਵੀ ਅਸਲ ਦੇ ਵਿੱਚ ਮੂਰਖ ਕੌਣ ਆ। ਪਿੰਡਾਂ ਵਿੱਚ ਜਿਹੜੇ ਸੁੱਧ ਬੁੱਧ ਗਵਾਈ ਬੈਠਿਆ ਉਹ ਮੂਰਖ ਆ ਕਿ ਅਸੀਂ ਆ? ਅਸੀਂ ਮੂਰਖਾਂਗੇ ਜੇ ਸਾਨੂੰ ਕਿਸੇ ਵੀ ਚੀਜ਼ ਨੂੰ ਵਰਤਣ ਦਾ ਢੰਗ ਨਹੀਂ ਹੈ। ਇਹ ਸੱਚ ਆ। ਅਸੀਂ ਭਾਵੇਂ ਜਿੰਨੇ ਮਰਜ਼ੀ ਸਿਆਣੇ ਬਣੀਏ, ਪਰ ਸਾਨੂੰ ਜ਼ਿੰਦਗੀ ਜਿਉਣ ਦਾ ਚੱਜ ਆ ਜਿਹੜਾ ਕਹਿ ਲਓ, ਅਕਲ ਆ ਕਹਿ ਲਓ, ਉਹ ਆਈ ਨਹੀਂ ਹੈ ਜੀ। ਤੇ ਅਗਲੀ ਗੱਲ ਗੁਰੂ ਸਾਹਿਬ ਨੇ ਕਹੀ ਸੀ ਅੰਨੇ ਦੀ। ਅੰਨਾ ਕੌਣ ਹੈ? ਉਹ ਅੰਨਾ ਦੁਨਿਆਵੀ ਤਲ ਤੇ ਅੰਨਾ ਨਹੀਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ, ਨਿਗਾਹ ਗੁਆਚ ਗਈ। ਅਸਲ ਦੇ ਵਿੱਚ ਅੰਨੇ ਕੌਣ ਆ? ਅਸੀਂ ਆ। ਅੰਦਲੇ ਤਿਰ ਭਵਨ ਸੂਝਿਆ, ਗੁਰ ਭੇਟ ਪੁਨੀਤਾ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕੀ ਕਰਦੇ ਨੇ? ਕਹਿੰਦੇ ਐਸੀ ਭਗਤ ਗੋਬਿੰਦ ਕੀ। ਕਹਿੰਦੇ ਬੰਦਿਆ ਜੇ ਤੂੰ ਐਸੀ ਭਗਤੀ ਰੱਬ ਦੀ ਕਰਨ ਲੱਗ ਜਾਵੇਂ ਨਾ, ਗੋਬਿੰਦ ਤੋਂ ਅਰਥ ਆ ਰੱਬ, ਪਰਮਾਤਮਾ। ਜੇ ਤੂੰ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਵੇਂ, ਬਖਸ਼ਿਸ਼ ਕਿੰਨੀ ਕਾ? ਕਹਿੰਦੇ ਰੱਬ ਨਾਲ ਜਾਰੀ ਪੈ ਜਾਵੇ ਨਾ, ਪਰਮੇਸ਼ਰ ਨਾਲ ਦੋਸਤੀ ਪੈ ਜਾਵੇ। ਦੇਖੋ ਦੋਸਤੀ ਆਪਣੀ ਸਾਰਿਆਂ ਦੀ ਆ, ਕਿਸੇ ਦੀ ਕਿਸੇ ਨਾਲ ਦੋਸਤੀ ਹੈ, ਕਿਸੇ ਦੀ ਕਿਸੇ ਨਾਲ। ਚਲੋ ਸਾਰਿਆਂ ਦੀ ਦੋਸਤੀ, ਆਪਣੇ ਸਾਰਿਆਂ ਦੇ ਦੋਸਤ ਮਿੱਤਰ ਸਭ ਹੈਗੇ ਨੇ। ਪਰ ਗੁਰੂ ਸਾਹਿਬ ਕਹਿੰਦੇ ਜੇ ਦੋਸਤ ਬਣਾਉਣਾ ਹੀ ਆ ਤਾਂ ਤੂੰ ਇੱਕ ਗੁਰੂ ਨੂੰ ਤਾਂ ਜ਼ਰੂਰ ਬਣਾ ਲਾ ਨਾ, ਰੱਬ ਨੂੰ ਬਣਾ ਲਾ ਦੋਸਤ ਜੇ ਬਣਾਉਣਾ ਹੀ ਆ। ਦੇਖ ਦੁਨਿਆਵੀ ਤੌਰ ਤੇ ਵੀ ਦੋਸਤ ਬਣਾ ਕੇ ਰੱਖ, ਪਰ ਇੱਕ ਗੁਰੂ ਨੂੰ, ਰੱਬ ਨੂੰ ਆਪਣੇ ਦੋਸਤਾਂ ਦੇ ਵਿੱਚ ਸ਼ਾਮਲ ਕਰ ਲਾ। ਮੰਨ ਲਓ ਆਪਣੇ ਦੋਸਤ 10 ਆ ਨਾ, 10 ਦੋਸਤਾਂ ਦੇ ਵਿੱਚੋਂ ਇੱਕ ਦੋਸਤ ਉਹ ਵੀ ਆਪਣਾ ਜਿਹਨੂੰ ਆਪਾਂ ਖਾਸ ਮੰਨਦੇ ਆ, ਵੀ ਆ ਨਾਂ ਦੀ ਤਾਂ ਗੱਲ ਸੁਣੀਏ ਨਾ ਸੁਣੀਏ, ਮੰਨੀਏ ਨਾ ਮੰਨੀਏ, ਪਰ ਇੱਕ ਦੋਸਤ ਉਹ ਆ ਜਿਹਦੀ ਗੱਲ ਜੋ ਕਹਦੇ ਉਹ ਮੈਂ ਮੋੜਦਾ ਨਹੀਂ ਹਾਂ। ਫਿਰ ਗੁਰੂ ਸਾਹਿਬ ਜੀ ਕਹਿੰਦੇ ਇੱਕ 11ਵਾਂ ਦੋਸਤ ਬਣਾ ਲਾ ਨਾ, 11ਵਾਂ ਰੱਬ ਜੀ, ਗੁਰੂ ਜੀ, ਉਹਨੂੰ ਦੋਸਤ ਬਣਾ ਲਾ। ਅੱਛਾ ਜਦੋਂ ਉਹ ਰੱਬ ਜੀ ਨੂੰ ਦੋਸਤ ਬਣਾ ਲਿਆ ਨਾ, ਇਹ ਜਿੰਨੇ ਤੇਰੇ ਦੋਸਤ ਨੇ ਦੁਨੀਆ ਦੇ ਵਿੱਚ, ਭਾਵੇਂ 9 ਆ, ਭਾਵੇਂ 10 ਆ, ਭਾਵੇਂ 100 ਆ, ਜਿੰਨੇ ਵੀ ਨੇ, ਇਹ ਸਾਰਿਆਂ ਨਾਲੋਂ ਇੱਕੋ ਹੀ ਵਾਧੂ ਆ। ਉਦਾਹਰਨ ਬਨੌਟੀ ਗਹਿਣਿਆਂ ਨਾਲ ਭਾਵੇਂ ਸਰੀਰ ਨੂੰ ਆਪਣੇ ਨੂੰ ਲੱਦ ਲਾ, ਲੱਦਣ ਤੋਂ ਭਾਵ ਗੱਡੇ ਵਾਂਗੂ ਭਰ ਲਾ ਬਨੌਟੀ ਗਹਿਣਿਆਂ ਦੇ ਨਾਲ, ਪਰ ਸੱਚ ਜਾਣੀ ਸੋਨੇ ਦਾ ਗਹਿਣਾ ਇੱਕੋ ਹੀ ਕਾਫੀ ਆ। ਸੋਨੇ ਦਾ ਗਹਿਣਾ ਇੱਕੋ ਹੀ ਕਾਫੀ ਆ। ਦੁਨਿਆਵੀ ਤੌਰ ਤੇ ਜਿੰਨੇ ਮਰਜ਼ੀ ਦੋਸਤ ਬਣਾ ਲਾ, ਭਾਵੇਂ ਆਪਣੀ ਜ਼ਿੰਦਗੀ ਦੋਸਤਾਂ ਨਾਲ ਲੱਦ ਲਾ, ਤੇ ਪਰ ਗੁਰੂ ਰੂਪੀ ਦੋਸਤ ਸੋਨਾ ਨਾ, ਰੱਬ ਰੂਪੀ ਦੋਸਤ ਇੱਕੋ ਹੀ ਕਾਫੀ ਆ, ਹੋਰ ਦੀ ਲੋੜ ਨਹੀਂ ਹੈ, ਹੋਰ ਦੀ ਜ਼ਰੂਰਤ ਨਹੀਂ ਹੈ। ਫਿਰ ਇੱਥੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਐਸੀ ਭਗਤ ਗੋਬਿੰਦ ਕੀ, ਕੀਟ ਹਸਤੀ ਜੀਤਾ। ਕਹਿੰਦੇ ਰੱਬ ਦੀ ਮਿਹਰ ਹੋ ਜਾਵੇ ਨਾ, ਰੱਬ ਦੀ ਨਿਗਾਹ ਪੈ ਜਾਵੇ, ਕਹਿੰਦੇ ਕੀੜੀ ਹਾਥੀ ਨੂੰ ਜਿੱਤ ਲੈਂਦੀ ਆ। ਇਹ ਸੱਚਾਈ ਆ, ਝੂਠ ਨਹੀਂ ਹੈ। ਕਿੱਥੇ ਹਾਥੀ, ਕਿੱਥੇ ਕੀੜੀ। ਨਕਸ਼ਾ ਬਣਾ ਕੇ ਦੇਖੋ ਆਪਾਂ ਆਪਣੀ ਸੁਰਤ 'ਚ, ਇੱਕ ਬੰਨੇ ਹਾਥੀ ਨੂੰ ਖੜਾ ਲਓ ਤੇ ਇੱਕ ਬੰਨੇ ਕੀੜੀ ਨੂੰ ਖੜਾ ਲਓ। ਕੀੜੀ ਦਾ ਸਰੀਰ ਮਿਲ ਲਓ,
ਹਾਥੀ ਦਾ ਸਰੀਰ ਮਿਲ ਲਓ, ਮੇਲ ਨਹੀਂ ਹੈ। ਦੋਨੇ ਧਿਰਾਂ ਦਾ ਵਜਨ ਮਿਲ ਲਓ, ਵੀ ਕੀੜੀ 'ਚ ਵਜਨ ਕਿੰਨਾ, ਹਾਥੀ 'ਚ ਵਜਨ ਕਿੰਨਾ, ਦੋਵੇਂ ਧਿਰਾਂ ਨੂੰ ਆਪਾਂ ਤੋਲ ਕੇ ਵੇਖ ਲਓ। ਹੁਣ ਕੀੜੀ ਤੇ ਹਾਥੀ ਦਾ ਮੁਕਾਬਲਾ ਨਹੀਂ ਹੈ। ਮੰਨ ਲਓ 19-20 ਦਾ ਫਰਕ ਹੋਵੇ ਨਾ, ਚਲੋ 19-21 ਦਾ ਫਰਕ ਹੋਵੇ, ਫਿਰ ਵੀ ਗੱਲ ਚੱਲ ਜੂ, ਫਿਰ ਵੀ ਗੱਲ ਚੱਲ ਜਾਂਦੀ ਆ। ਇਹ ਤਾਂ ਨਜਾਇਜ਼ ਫਰਕ ਆ, ਇਹ ਤਾਂ ਜਿਵੇਂ ਆਪਾਂ ਕਹੀਏ ਧਰਤੀ ਅਸਮਾਨ ਦਾ ਫਰਕ ਆ, ਕਿੱਥੇ ਕੀੜੀ ਕਿੱਥੇ ਹਾਥੀ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਰੱਬ ਦੀ ਐਸੀ ਬਖਸ਼ਿਸ਼ ਹੋ ਜਾਵੇ ਨਾ, ਭਾਵੇਂ ਹਾਥੀ ਦੇ ਮੁਕਾਬਲੇ ਅਰਬਾਂ ਖਰਬਾਂ ਗੰਜਾਂ ਦੇ ਵਿੱਚ ਕੀੜੀਆਂ ਚੜ ਜਾਣਗੀਆਂ ਤੱਕੜ 'ਚ, ਫਿਰ ਵੀ ਵਜਨ ਪੂਰਾ ਸ਼ਾਇਦ ਨਾ ਹੋਵੇ। ਕੀੜੀ ਦਾ weight ਬਹੁਤ ਥੋੜਾ ਨਾ, ਪਰ ਕੀੜੀ ਇੱਕੋ ਹੀ ਕਾਫੀ ਆ, ਹਾਥੀ ਨੂੰ ਜਿੱਤ ਲੈਂਦੀ ਆ। ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ। ਚਲੋ ਹੁਣ ਇਹ ਸੀ ਦੁਨਿਆਵੀ ਗੱਲ, ਕੀੜੀ ਹਾਥੀ ਨੂੰ ਜਿੱਤੇ ਨਾ ਜਿੱਤੇ ਸਾਨੂੰ ਕੋਈ ਮਤਲਬ ਨਹੀਂ। ਤੇ ਹੁਣ ਕਿਹੜੀ ਕੀੜੀ ਆ ਤੇ ਕਿਹੜਾ ਹਾਥੀ ਆ? ਹੰਕਾਰ ਹਾਥੀ ਆ। ਹੰਕਾਰ ਹਾਥੀ ਆ ਨਾ, ਤੇ ਨੀਵੇਂਪਣ ਦਾ ਪ੍ਰਤੀਕ ਉਹ ਕੀੜੀ ਆ। ਨਿਮਰਤਾ ਕਹਿ ਲਓ, ਨਿਮਰਤਾ ਦਾ ਸੁਭਾਅ ਉਹ ਕੀੜੀ ਆ, ਤੇ ਹੰਕਾਰ ਦਾ ਸੁਭਾਅ ਉਹ ਹਾਥੀ ਆ। ਨਿਮਰਤਾ ਹੰਕਾਰ ਨੂੰ ਜਿੱਤ ਲੈਂਦੀ ਆ, ਨਿਮਰਤਾ ਹੰਕਾਰ ਨੂੰ ਜਿੱਤ ਲੈਂਦੀ ਆ ਭਾਈ। ਹੁਣ ਕੀੜੀ ਤੇ ਹਾਥੀ ਕੌਣ ਆ? ਨਿਮਰਤਾ ਤੇ ਹੰਕਾਰ। ਨਿਮਰਤਾ ਗੁਰੂ ਸਾਹਿਬ ਜੀ ਕਹਿੰਦੇ ਕੀੜੀ ਆ, ਤੇ ਹੰਕਾਰ ਆ ਜਿਹੜਾ ਉਹ ਹਾਥੀ ਆ। ਹੰਕਾਰ ਨੂੰ ਕੀੜੀ ਜਿੱਤ ਲੈਂਦੀ ਆ ਭਾਈ। ਫਿਰ ਲਿਖਿਆ ਕੀ ਆ, ਪਾਤਸ਼ਾਹ ਨੇ ਪੜ੍ਹ ਲਿਆ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਕੀਟ ਕੀੜੀ, ਹਸਤੀ ਹਾਥੀ, ਹਾਥੀ ਹੰਕਾਰ ਨੂੰ ਜਿੱਤ ਲੈਂਦੀ ਆ। ਇਉਂ ਕਹਿ ਲੋ ਅੰਦਰ ਦੀ ਸਿਆਣਪ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਹਾਥੀਆਂ ਨੂੰ ਜਿੱਤ ਲੈਂਦੀ ਆ। ਦੂਜੇ ਬੰਨੇ ਆਪਾਂ ਨਕਸ਼ਾ ਬਣਾ ਲਓ, 5 ਹਾਥੀ ਸਾਡੇ ਅੰਦਰ ਹੀ ਬੈਠੇ ਆ ਨਾ, 5 ਹਾਥੀ ਅੰਦਰ ਹੀ ਬੈਠੇ ਨੇ। ਉਹਨਾਂ 5 ਹਾਥੀਆਂ ਦੀ ਤਾਕਤ ਦੇਖ ਲਓ ਆਪਾਂ ਅਜਮਾ ਕੇ, ਬਾਹਲੀ ਵੱਡੀ ਤਾਕਤ ਆ। ਤਾਕਤ ਬਹੁਤ ਆ ਨਾ ਉਹਨਾਂ ਦੀ, ਇੰਨੀ ਕੁ ਤਾਕਤ ਆ ਵੀ ਤਾਕਤ ਨੂੰ ਮਿਲਿਆ ਨਹੀਂ ਜਾ ਸਕਦਾ ਉਹਨਾਂ ਦੀ ਨੂੰ, 5 ਵਕਾਰਾਂ ਦੀ ਤਾਕਤ ਨੂੰ। ਪਰ ਜੇ ਸਿਆਣਪ ਹੋਵੇ ਨਾ, ਸਿਆਣਪ ਗੁਰੂ ਦੀ ਮੱਤ ਹੋਵੇ, ਗੁਰੂ ਦਾ ਗਿਆਨ ਹੋਵੇ, ਤੇ 5 ਹਾਥੀਆਂ ਦੇ ਨੱਕ 'ਚ ਗੁਰੂ ਦੀ ਮੱਤ ਦਾ ਕੀ ਪੈ ਜਾਂਦਾ? ਲਗਾਮ ਕਹਿ ਲਓ, ਨਕੇਲ ਕਹਿ ਲਓ, ਨੱਥ ਪੈ ਜਾਂਦੀ ਆ, ਫਿਰ ਬੰਦਾ ਪਾਸ ਹੈ। ਪਾਤਸ਼ਾਹ ਅੱਗੇ ਕਹਿੰਦੇ ਨੇਗੇ, ਕਹਿੰਦੇ ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਸਿੰਘ ਬਲਾਈ ਹੋਏਗੋ ਤ੍ਰਿਣ ਮੇਰ ਦਖੀਤਾ। ਕਹਿੰਦੇ ਸਿੰਘ ਤੇ ਬਿੱਲੀ, ਬਸ ਉਹ ਸਾਰੀ ਸਾਡੇ ਮਨ ਤੇ ਡਿਪੈਂਡ ਗੱਲਾਂ ਕਰਦੇ ਆ। ਗੁਰੂ ਸਾਹਿਬ ਕਹਿੰਦੇ ਸ਼ੇਰ ਬਹੁਤ ਤਕੜਾ ਹੈ, ਤਾਂ ਸ਼ੇਰ ਤਕੜਾ ਤਾਂ ਬਹੁਤ ਆ ਨਾ, ਪਰ ਕਦੇ ਕਦੇ ਸ਼ੇਰ ਨੂੰ ਬਿੱਲੀ ਵੀ ਹਰਾ ਜਾਂਦੀ ਆ। ਕਮਾਲ ਦੀ ਗੱਲ ਆ, ਅੱਜ ਤਾਂ ਪਹਿਲੀ ਵਾਰ ਸੁਣੀ ਆ ਗੱਲ ਵੀ ਸ਼ੇਰ ਨੂੰ ਬਿੱਲੀ ਹਰਾ ਜਾਂਦੀ ਆ। ਤੇ ਕਿੱਥੇ ਸ਼ੇਰ ਕਿੱਥੇ ਬਿੱਲੀ, ਪਰ ਅਰਥ ਕੀ ਬਣ ਗਏ? ਭਾਵ ਅਰਥ ਮਨ ਰੂਪੀ ਹੰਕਾਰ ਸ਼ੇਰ ਆ, ਤੇ ਨਿਮਰਤਾ ਰੂਪੀ ਬਿੱਲੀ ਆ। ਸਿੰਘ ਬਲਾਈ ਹੋਏਗਾ ਤ੍ਰਿਣ ਮੇਰ ਦਖੀਤਾ। ਫਿਰ ਪਾਸ਼ਾ ਕਹਿੰਦੇ ਸ਼ਰਮ ਕਰਤੇ ਦਮ ਆਢ ਕੋ ਤੇ ਗਣੀ ਧਨੀਤਾ। ਕਹਿੰਦੇ ਫਿਰ ਗੁਣਾ ਦਾ ਜਿਹਦੇ ਕੋਲ ਖਜ਼ਾਨਾ ਹੈ ਉਹੀ ਦੁਨੀਆ ਦੇ ਵਿੱਚ ਭਾਈ ਸਭ ਤੋਂ ਵੱਡਾ ਅਮੀਰ ਹੈ। ਤੇ ਨਹੀਂ, ਜਦੋਂ ਆਪਾਂ ਅਮੀਰੀ ਦੀ ਗੱਲ ਕਰਦੇ ਆ ਨਾ, ਉਹ ਬਾਹਰੀ ਤੌਰ ਤੇ ਆਪਣਾ ਨਕਸ਼ਾ ਧਿਆਨ ਚ ਆ ਜਾਂਦਾ, ਫਲਾਨਾ ਬੰਦਾ ਅਮੀਰ ਆ। ਪਰ ਨਹੀਂ, ਪਾਤਸ਼ਾਹ ਕਹਿੰਦੇ ਜਿਨ੍ਹਾਂ ਕੋਲੇ ਗੁਣ ਨਹੀਂ ਹਨ ਉਹ ਅਮੀਰ ਨਹੀਂ ਹਨ। ਜਿਨ੍ਹਾਂ ਕੋਲੇ ਗੁਣ ਆ ਉਹ ਭਾਵੇਂ ਦੁਨਿਆਵੀ ਤਲ ਤੇ ਨਾ ਮਿਹਨਤ ਮਜ਼ਦੂਰੀ ਕਰਨ ਵਾਲਾ ਵਿਅਕਤੀ ਹੈ, ਪਰ ਦੁਨੀਆ ਦੇ ਵਿੱਚੋਂ ਅਮੀਰ ਹੈ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਕਬਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ। ਹੀ ਮੇਰੇ ਮਾਲਕ ਜੀ, ਮੈਂ ਤੇਰੀ ਵਡਿਆਈ ਕਿਵੇਂ ਕਰਾਂ? ਤੇਰੇ ਵਿੱਚ ਗੁਣੀ ਗੁਣ ਨੇ, ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ। ਮੈਨੂੰ ਨਾਮ ਦੀ ਦਾਤ ਦੇ, ਮੈਂ ਤੇਰੇ ਦਰ ਤੇ ਆ ਕੇ ਖੜਾ ਪੁਕਾਰ ਰਿਹਾ ਹਾਂ, ਭਾਵ ਬੇਨਤੀ ਕਰ ਰਿਹਾ ਹਾਂ, ਅਰਦਾਸ ਕਰ ਰਿਹਾ ਹਾਂ। ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਭੁੱਲਾਂ ਦੀ ਖਿਮਾ, ਸੰਗਤ ਦਾ ਧੰਨਵਾਦ। ਇਸੇ ਤਰ੍ਹਾਂ ਸਾਡਾ ਗੁਰਬਾਣੀ ਨਾਲ ਪਿਆਰ ਬਣਿਆ ਰਹੇ। ਸੋ ਜਿਹੜਾ